ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਤੀਜਾ। ਮਨਮੁਖ ਝੂਠੋ ਝੂਠ ਕਮਾਵੈ, ਖਸਮੈ ਕਾ ਮਹਿਲ ਕਦੇ ਨ ਪਾਵੈ। ਮਨਮੁਖ ਬੇਮੁਖ ਪੁਰਸ਼ ਝੂਠੇ ਵਿਕਾਰਾਂ ਜਾਂ ਪਦਾਰਥਾਂ ਵਿੱਚ ਲੱਗਣ ਕਰਕੇ ਹਮੇਸ਼ਾ ਝੂਠ ਦੀ ਹੀ ਕਮਾਈ ਕਮਾਉਂਦਾ ਹੈ। ਉਹ ਖਸਮੈ ਮਾਲਕ ਅਕਾਲ ਪੁਰਖ ਦਾ ਸਰੂਪ ਰੂਪੀ ਮਹਿਲ ਸਥਾਨ ਕਦਾਚਿਤ ਵੀ ਨਹੀਂ ਪਾ ਸਕਦਾ। ਦੂਜੈ ਲੱਗੀ ਭਰਮ ਭੁਲਾਵੈ, ਮਮਤਾ ਬਾਧਾ ਆਵੈ ਜਾਵੈ। ਜਿਨ੍ਹਾਂ ਦੀ ਬਿਰਤੀ ਦਵੈਤ ਵਿੱਚ ਲੱਗੀ ਹੋਈ ਹੈ, ਉਹ ਸੰਸਿਆਂ ਕਰਕੇ ਭੁੱਲਣ ਵਿੱਚ ਆ ਰਹੇ ਆ। ਪਦਾਰਥਾਂ ਦੀ ਮਮਤਾ ਮੇਰ ਵਿੱਚ ਬਾਧਾ ਬੱਝੇ ਹੋਣ ਕਰਕੇ 84 ਲੱਖ ਜੂਨਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਦੋਹਾਗਣੀ ਕਾਮਨ ਦੇਖ ਸੀ ਗਾਰ। ਜਿਵੇਂ ਵਿਧਵਾ ਔਰਤ ਦੇ ਪਤੀ ਦੀ ਚਾਹਵਾਨ ਇਸਤਰੀ ਨੂੰ ਵੇਖ ਕਰਕੇ ਕੀਤੇ ਹੋਏ ਸੁਹੱਪਣ ਸਮੱਗਰੀ ਵਿਅਰਥ ਹੀ ਹਨ, ਸ਼ਿੰਗਾਰ ਸਾਰੇ ਵਿਅਰਥ ਹੀ ਹਨ। ਇਸੇ ਪ੍ਰਕਾਰ ਮਨਮੁਖ ਰੂਪੀ ਛੁੱਟੜ ਔਰਤਾਂ ਪਰਮੇਸ਼ਰ ਪਤੀ ਦੀਆਂ ਚਾਹਵਾਨ ਜਿਗਿਆਸੂ ਰੂਪ ਇਸਤਰੀਆਂ ਨੂੰ ਦੇਖ ਕੇ ਵਿਰਾਗ ਆਦਿਕ ਸਾਧਨ ਰੂਪ ਸ਼ਿੰਗਾਰ ਕਰਦੀਆਂ ਹਨ, ਪਰੰਤੂ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਨਾ ਜੁੜਨ ਕਰਕੇ ਸਭ ਵਿਅਰਥ ਹੀ ਹੈ। ਪੁੱਤਰ ਕਲਤ ਧਨ ਮਾਇਆ ਚਿਤ ਲਾਏ। ਪੁੱਤਰ ਕਲਤ ਧਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ ਰਹਾਉ। ਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਆ। ਮਨਮੁਖਾਂ ਨੇ ਪੁੱਤਰ ਕਲੱਤਰ ਕਲਤ ਇਸਤਰੀ, ਪੁੱਤਰ ਦੀ ਇਸਤਰੀ, ਧਨ ਰੋਕੜੀ ਮਾਇਆ ਛਲ ਰੂਪ ਪਦਾਰਥਾਂ ਵਿੱਚ ਚਿੱਤ ਮਨ ਨੂੰ ਲਾਇਆ ਹੋਇਆ। ਇਹਨਾਂ ਦੇ ਸਨੇਹ ਵਿੱਚ ਫਸੇ ਹੋਏ ਪਖੰਡ ਦੰਭ ਕਰਕੇ ਕੂੜ ਬੋਲਦੇ ਹੋਏ ਖੋਟੀਆਂ ਕਾਰਾਂ ਨੂੰ ਕਰਦੇ ਹਨ। ਵਿਕਾਰ ਕਾਮ ਕ੍ਰੋਧ ਆਦਿ ਦੇ ਅਧੀਨ ਰਹਿੰਦੇ ਹਨ। ਰਹਾਉ ਸਦਾ ਸੁਹਾਗਣ ਜੋ ਪ੍ਰਭ ਭਾਵੈ, ਗੁਰ ਸਬਦੀ ਸੀਗਾਰ ਬਣਾਵੈ। ਜਿਹੜੇ ਪ੍ਰਭੂ ਪਰਮੇਸ਼ਰ ਨੂੰ ਭਾ ਜਾਂਦੇ ਹਨ, ਉਹ ਹਮੇਸ਼ਾ ਹੀ ਸੁਹਾਗਣ ਸੁਹਾਗਵੰਤੀਆਂ ਦੀ ਨਿਆਈ ਹਨ। ਜੋ ਗੁਰ ਸਤਿਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਨੀ ਹੈ, ਇਹੋ ਹੀ ਸਿਗਾਰ ਸੁਹੱਪਣ ਸਮੱਗਰੀ ਬਣਾਉਣਾ ਕਰਦੇ ਆ। ਸੇਜ ਸੁਖਾਲੀ ਅਨਦਿਨ ਹਰ ਰਾਵੈ, ਮਿਲ ਪ੍ਰੀਤਮ ਸਦਾ ਸੁਖ ਪਾਵੈ। ਉਹਨਾਂ ਦੀ ਅੰਤਸ਼ਕਰਨ ਰੂਪੀ ਸੇਜਾ ਸ਼ਰਧਾ ਸ਼ਾਂਤੀ ਆਦਿ ਗੁਣਾਂ ਦੇ ਸਹਿਤ ਸੁੱਖਾਂ ਵਾਲੀ ਬਣੀ ਹੈ, ਤੇ ਉਹ ਅਨਦਿਨ ਰਾਤ ਦਿਨ ਹਰੀ ਪਰਮੇਸ਼ਰ ਦੇ ਆਨੰਦ ਨੂੰ ਰਾਵੈ ਕਹੀਏ ਮਾਣਦੇ ਹਨ। ਪ੍ਰੀਤਮ ਪਿਆਰੇ ਪਰਮੇਸ਼ਰ ਨਾਲ ਮਿਲ ਕਰਕੇ ਹਮੇਸ਼ਾ ਰਹਿਣ ਵਾਲਾ ਵਿਨਾਸੀ ਸੁੱਖ ਆਨੰਦ ਪ੍ਰਾਪਤ ਕਰਦੇ ਹਨ। ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਆਪਣਾ ਪਿਰ ਰਾਖੈ ਸਦਾ ਉਰ ਧਾਰ। ਹੇ ਭਾਈ, ਉਹ ਹੀ ਜੀਵ ਰੂਪ ਇਸਤਰੀ ਸੱਚੀ ਸੁਹਾਗਵੰਤੀ ਭਾਵ ਗਿਆਨਵਾਨ ਹੈ, ਜਿਸ ਨੂੰ ਸੱਚ ਸਰੂਪ ਪਰਮੇਸ਼ਰ ਵਿੱਚ ਪਿਆਰ ਕਹੀਏ ਪ੍ਰੇਮ ਹੈ। ਜਿਵੇਂ ਪਤੀ ਵਰਤਾ ਇਸਤਰੀ ਆਪਣੇ ਪਿਰ ਪਤੀ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰਾਖਿਆ ਹੁੰਦਾ ਰੱਖਦੀਆਂ ਹਨ, ਇਸੇ ਪ੍ਰਕਾਰ ਸੰਤ ਭਗਤ ਜਨ ਪਤੀ ਅਕਾਲ ਪੁਰਖ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਨੀੜੈ ਵੇਖੈ ਸਦਾ ਹਦੂਰ, ਮੇਰਾ ਪ੍ਰਭ ਸਰਬ ਰਹਿਆ ਭਰਪੂਰ। ਜਿਨ੍ਹਾਂ ਦਾ ਮਨ ਸਾਧ ਸੰਗਤ ਵਿੱਚ ਹਮੇਸ਼ਾ ਹਜ਼ੂਰੀ ਵਿੱਚ ਰਹਿੰਦਾ, ਉਹ ਪਰਮੇਸ਼ਰ ਨੂੰ ਹਰ ਵਕਤ ਹੀ ਨੇੜੇ ਨਿਕਟ ਹੀ ਵੇਖਦੇ ਆ। ਉਹ ਇਹ ਨਿਸ਼ਚਾ ਕਰਦੇ ਹਨ ਕਿ ਸਾਡਾ ਪ੍ਰਭ ਕਹੀਏ ਪਰਮੇਸ਼ਰ ਸਾਰੀਆਂ ਥਾਵਾਂ ਵਿੱਚ ਭਰਪੂਰ ਵਿਆਪਕ ਹੋ ਰਿਹਾ ਹੈ। ਆਗੈ ਜਾਤ ਰੂਪ ਨ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ। ਹੇ ਭਾਈ, ਅੱਗੇ ਪ੍ਰਲੋਕ ਵਿੱਚ ਕਿਸੇ ਦੀ ਜਾਤੀ ਅਤੇ ਰੂਪ ਆਕਾਰ ਸ਼ਕਲ ਦੀ ਸੁੰਦਰਤਾ ਇਤਿਆਦ ਨਹੀਂ ਜਾਂਦੀ। ਜਿਹੋ ਜਿਹੇ ਜੀਵ ਸੰਸਾਰ ਵਿੱਚ ਕਰਮ ਕਮਾਉਂਦੇ ਹਨ, ਉਹੋ ਜਿਹਾ ਹੀ ਅੱਗੇ ਫਲ ਪ੍ਰਾਪਤ ਹੁੰਦਾ ਹੈ। ਸਬਦੇ ਊਚੋ ਊਚਾ ਹੋਏ, ਨਾਨਕ ਸਾਚ ਸਮਾਵੈ ਸੋਏ। ਜੋ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਉੱਚੇ ਦੇਵਤਿਆਂ ਆਦਿ ਦੀਆਂ ਪਦਵੀਆਂ ਤੋਂ ਵੀ ਉੱਚੇ ਮਰਤਬੇ ਵਾਲੇ ਹੋ ਜਾਂਦੇ।
ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਉਹ ਸਾਚ ਸੱਚੇ ਪਰਮੇਸ਼ਰ ਵਿੱਚ ਸਮਾਵੈ ਕਿ ਇਹ ਅਭੇਦ ਹੋ ਜਾਂਦੇ ਹਨ। ਆਸਾ ਮਹੱਲਾ ਤੀਜਾ। ਭਗਤ ਰਤਾ ਜਨ ਸਹਿਜ ਸੁਭਾਏ, ਗੁਰ ਕੈ ਭੈ ਸਾਚੈ ਸਾਚ ਸਮਾਏ। ਹੇ ਭਾਈ, ਜਿਹੜਾ ਪੁਰਸ਼ ਪਰਮੇਸ਼ਰ ਦੀ ਭਗਤੀ ਵਿੱਚ ਰੰਗਿਆ ਹੋਇਆ ਹੈ, ਉਸ ਦੇ ਅੰਦਰ ਸ਼ਾਂਤੀ ਸੁਭਾਅ ਹੋ ਜਾਂਦਾ ਹੈ। ਗਿਆਨ ਦੇ ਸੁਭਾਏ ਸ੍ਰੇਸ਼ਟ ਭਾਏ ਪ੍ਰਕਾਸ਼ ਵਾਲਾ ਹੋ ਜਾਂਦਾ। ਜਿਹੜਾ ਸਤਿਗੁਰਾਂ ਦੇ ਭੈ ਡਰ ਵਿੱਚ ਰਹਿੰਦਾ ਹੈ, ਉਹ ਸੱਚੇ ਪਰਮੇਸ਼ਰ ਦਾ ਨਾਮ ਜਪ ਕੇ ਸੱਚੇ ਸਰੂਪ ਵਿੱਚ ਸਮਾ ਜਾਂਦਾ ਹੈ। ਬਿਨ ਗੁਰ ਪੂਰੇ ਭਗਤ ਨਾ ਹੋਏ, ਮਨ ਮੁਖ ਰੁੰਨੇ ਆਪਣੀ ਪਤ ਖੋਏ। ਪੂਰਨ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਗੈਰ ਕਿਸੇ ਕੋਲੋਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਭਗਤੀ ਤੋਂ ਬਿਨਾਂ ਬੇਮੁਖ ਪੁਰਸ਼ ਰੁੰਨੇ ਰੋਂਦੇ ਵੇਖੀਦੇ ਆ, ਕਿਉਂਕਿ ਉਹ ਵਿਸ਼ਿਆਂ ਵਿੱਚ ਲੱਗ ਕੇ ਆਪਣੀ ਪਤ ਇੱਜ਼ਤ ਗਵਾ ਲੈਂਦੇ ਆ। ਮੇਰੇ ਮਨ ਹਰ ਜਪ ਸਦਾ ਧਿਆਏ। ਹੇ ਮੇਰੇ ਸਾਡੇ ਪਿਆਰੇ ਮਨ, ਬਾਣੀ ਕਰਕੇ ਹਰੀ ਪਰਮੇਸ਼ਰ ਦਾ ਜਾਪ ਕਰ ਅਤੇ ਬਿਰਤੀ ਨੂੰ ਧਿਆਤਾਕਾਰ ਬਣਾ ਕੇ ਹਮੇਸ਼ਾ ਉਸ ਨੂੰ ਧਿਆਉਣਾ ਕਰ। ਸਦਾ ਆਨੰਦ ਹੋਵੈ ਦਿਨ ਰਾਤੀ, ਜੋ ਇੱਛੈ ਸੋਈ ਫਲ ਪਾਏ ਰਹਾਉ। ਜਿਸ ਕਰਕੇ ਤੈਨੂੰ ਹਮੇਸ਼ਾ ਰਹਿਣ ਵਾਲਾ ਆਨੰਦ ਦਿਨ ਰਾਤ ਪ੍ਰਾਪਤ ਹੋਵੇਗਾ। ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਹੋ ਜਾਵੇਗਾ। ਜਿਹੜੀ ਇੱਛਾ ਕਰੇਗਾ ਉਹ ਫਲ ਲਾਭ ਧਰਮ ਅਰਥ ਕਾਮ ਮੋਕਸ਼ ਪਾਏ ਕਿ ਇਹ ਪ੍ਰਾਪਤ ਹੋਵੇਗਾ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਗੁਰ ਪੂਰੇ ਤੇ ਪੂਰਾ ਪਾਏ, ਹਿਰਦੈ ਸ਼ਬਦ ਸੱਚ ਨਾਮ ਵਸਾਏ। ਹੇ ਭਾਈ, ਪੂਰਨ ਸਤਿਗੁਰਾਂ ਤੋਂ ਹੀ ਪੂਰਨ ਪਰਮੇਸ਼ਰ ਜਾਂ ਆਨੰਦ ਪ੍ਰਾਪਤ ਕਰੀਦਾ ਹੈ। ਜੇਕਰ ਮਨ ਵਿੱਚ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਵਸਾਉਣਾ ਕਰੇ, ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ, ਸਦਾ ਸੂਚੇ ਸਾਚ ਸਮਾਏ। ਸਾਧ ਸੰਗਤ ਰੂਪੀ ਸੁਧਾ ਦੇ ਸਾਰ ਸਰੋਵਰ ਵਿੱਚ ਜੋ ਸ਼ਰਵਣ ਮੰਨਣ ਨਿਧਿਆਸਨ ਰੂਪ ਨਹਾਏ ਇਸ਼ਨਾਨ ਕਰਦੇ ਹਨ, ਉਹ ਹਿਰਦੇ ਵਿੱਚੋਂ ਮਲ ਵਿਖੇਪ ਅਵਰਨ ਆਦਿ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਹੋ ਜਾਂਦੇ। ਉਹ ਹਮੇਸ਼ਾ ਨਿਰਵਿਕਾਰ ਜੀਵਨ ਹੋਣ ਕਰਕੇ ਪਵਿੱਤਰ ਹਨ ਤੇ ਸੱਚੇ ਪਰਮੇਸ਼ਰ ਵਿੱਚ ਅਭੇਦ ਹੋ ਰਹਿੰਦੇ ਹਨ। ਹਰ ਪ੍ਰਭ ਵੇਖੈ ਸਦਾ ਹਜੂਰ, ਗੁਰ ਪ੍ਰਸਾਦ ਰਹਿਆ ਭਰਪੂਰ। ਹਰੀ ਪ੍ਰਭੂ ਪਰਮਾਤਮਾ ਨੂੰ ਹਮੇਸ਼ਾ ਹੀ ਨੇੜੇ ਵੇਖਦੇ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮੇਸ਼ਰ ਨੂੰ ਭਰਪੂਰ ਵਿਆਪਕ ਹੋ ਰਿਹਾ ਵੇਖਦੇ ਆ। ਜਹਾ ਜਾਉ ਤਹਿ ਵੇਖਾ ਸੋਏ, ਗੁਰ ਬਿਨ ਦਾਤਾ ਅਵਰ ਨ ਕੋਏ। ਉਹ ਜਿੱਥੇ ਵੀ ਜਾਂਦੇ ਹਨ ਉੱਥੇ ਸੋਏ ਉਸ ਪਰਮੇਸ਼ਰ ਨੂੰ ਹੀ ਦੇਖਦੇ ਹਨ ਅਤੇ ਨਿਸ਼ਚੇ ਕਰਦੇ ਹਨ ਕਿ ਸਤਿਗੁਰੂ ਸਾਹਿਬ ਜੀ ਤੋਂ ਬਗੈਰ ਹੋਰ ਕੋਈ ਅੰਮ੍ਰਿਤ ਨਾਮ ਦਾ ਦਾਤਾ ਦਾਨੀ ਨਹੀਂ ਹੈ। ਗੁਰ ਸਾਗਰ ਪੂਰਾ ਭੰਡਾਰ, ਊਤਮ ਰਤਨ ਜਵਾਹਰ ਅਪਾਰ। ਸਤਿਗੁਰੂ ਸਾਹਿਬ ਜੀ ਸਮੁੰਦਰ ਰੂਪ ਹਨ, ਜਿਨ੍ਹਾਂ ਵਿੱਚ ਵਿਰਾਗ ਵਿਵੇਕ ਗਿਆਨ ਦਾ ਪੂਰਨ ਭੰਡਾਰ ਖਜ਼ਾਨਾ ਹੈ। ਜਿਵੇਂ ਸਮੁੰਦਰ 14 ਰਤਨਾਂ ਦਾ ਖਜ਼ਾਨਾ ਹੈ, ਇਉਂ ਸਤਿਗੁਰੂ ਜੀ ਸ਼ੁਭ ਗੁਣਾਂ ਦੇ ਭੰਡਾਰੇ ਹਨ। ਸੋ ਜਿਵੇਂ ਸਮੁੰਦਰ ਵਿੱਚੋਂ ਇਹ 14 ਰਤਨ ਨਿਕਲੇ, ਇਸੇ ਪ੍ਰਕਾਰ ਸਤਿਗੁਰੂ ਰੂਪੀ ਸਮੁੰਦਰ ਵਿੱਚੋਂ ਪਹਿਲਾ ਭਗਤੀ ਰੂਪੀ ਲక్ష్ਮੀ, ਦੂਜਾ ਸ਼ਰਧਾ ਰੂਪੀ ਕੌਸਤਕ ਮਣੀ, ਤੀਜਾ ਸ਼ਾਂਤੀ ਰੂਪੀ ਰੰਭਾ, ਚੌਥਾ ਧਰਮ ਰੂਪੀ ਧਨੁਖ, ਪੰਜਵਾਂ ਉਦਮ ਰੂਪੀ ਧਨੰਤਰ ਵੈਦ, ਛੇਵਾਂ ਬਿਰਤੀ ਜੋੜਨ ਰੂਪੀ ਘੋੜਾ, ਸੱਤਵਾਂ ਸਾਧ ਸੰਗਤ ਦੀ ਨਿੰਦਿਆ ਤੋਂ ਹਟਾਉਣ ਰੂਪੀ ਜ਼ਹਿਰ, ਅੱਠਵਾਂ ਸਾਧ ਸੰਗਤ ਰੂਪੀ ਕਾਮਧੇਨ, ਨੌਵਾਂ ਕੀਰਤਨ ਰੂਪੀ ਸੰਖ, ਦਸਵਾਂ ਨਾਮ ਰੂਪੀ ਅੰਮ੍ਰਿਤ, 11ਵਾਂ ਪ੍ਰੇਮ ਰੂਪੀ ਜਾਂ ਨਾਮ ਦੀ ਮਸਤੀ ਰੂਪੀ ਸ਼ਰਾਬ, 12ਵਾਂ ਵਿਰਾਗ ਰੂਪੀ ਚੰਦਰਮਾ, 13ਵਾਂ ਅਭਿਆਸ ਰੂਪੀ ਕਲਪਤਰ ਬ੍ਰਿਸ਼ ਅਤੇ 14ਵਾਂ ਬ੍ਰਹਮਾਕਾਰ ਬਿਰਤੀ ਰੂਪੀ ਜਾਂ ਨਿਧਿਆਸਨ ਰੂਪੀ ਗਜਰਾਜ ਆਦਿ ਸ਼ੁਭ ਗੁਣਾ ਰੂਪੀ ਰਤਨ ਨਿਕਲਦੇ ਹਨ। ਸਤਿਗੁਰੂ ਸਾਹਿਬ ਜੀ ਵਿੱਚ ਅਪਾਰ ਪਾਰਾਵਾਰ ਤੋਂ ਰਹਿਤ ਊਤਮ ਸ੍ਰੇਸ਼ਟ ਮਾਣਕ ਰੂਪੀ ਵਿਰਾਗ ਅਤੇ ਜਵਾਹਰ ਰੂਪੀ ਗਿਆਨ ਹੈ। ਅਥਵਾ ਸੰਸਾਰ ਰੂਪੀ ਸਾਗਰ ਸਮੁੰਦਰ ਵਿੱਚ ਗੁਰੂ ਸਾਹਿਬ ਜੀ ਗੁਣਾਂ ਦੇ ਪੂਰਾ ਕਹੀਏ ਪੂਰਨ ਭੰਡਾਰੇ ਹਨ।
ਤਿਸ ਭੰਡਾਰੇ ਵਿੱਚ ਵਿਰਾਗ ਰੂਪੀ ਉੱਤਮ ਰਤਨ ਗਿਆਨ ਰੂਪ ਜਵਾਹਰ ਬੇਅੰਤ ਹੀ ਹਨ। ਗੁਰ ਪ੍ਰਸਾਦੀ ਦੇਵਨ ਹਾਰ, ਨਾਨਕ ਬਖਸ਼ੇ ਬਖਸ਼ਣ ਹਾਰ। ਜਿਨ੍ਹਾਂ ਉੱਪਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਹੀ ਦੇਵਨਹਾਰ ਦੇਣ ਵਾਲਾ ਪਰਮੇਸ਼ਰ ਨਾਮ ਗਿਆਨ ਆਦਿ ਦੀਆਂ ਦਾਤਾਂ ਬਖਸ਼ਦਾ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਹਨਾਂ ਨੂੰ ਬਖਸ਼ਣਹਾਰ ਕਿਰਪਾਲੂ ਪਰਮੇਸ਼ਰ ਬਖਸ਼ ਦਿੰਦਾ ਹੈ। ਆਸਾ ਮਹੱਲਾ ਤੀਜਾ। ਗੁਰ ਸਾਇਰ ਸਤਿਗੁਰ ਸੱਚ ਸੋਏ, ਪੂਰੈ ਭਾਗ ਗੁਰ ਸੇਵਾ ਹੋਏ। ਹੇ ਭਾਈ, ਸੱਚੇ ਗੁਰੂ ਸਾਹਿਬ ਜੀ ਗੁਰ ਵੱਡੇ ਸਾਇਰ ਸਮੁੰਦਰ ਦੀ ਨਿਆਈ ਹਨ, ਜਿਨ੍ਹਾਂ ਵਿੱਚ ਸੱਚੇ ਪਰਮੇਸ਼ਰ ਦੀ ਸੋਏ ਕੀਰਤੀ ਰੂਪ ਬਾਣੀ ਹੈ। ਗੁਰੂ ਸਾਹਿਬ ਜੀ ਸਤਿਗੁਰ ਸਤਿਨਾਸ ਤੋਂ ਰਹਿਤ ਚੇਤਨ ਸਰੂਪ ਅਤੇ ਸੱਚ ਤ੍ਰੈ ਕਾਲ ਆਬਾਦ ਰੂਪ ਪਰਮੇਸ਼ਰ ਦੀ ਸੋਏ ਸ਼ੋਭਾ ਰੂਪ ਸਾਇਰ ਕਾਵਿ ਰੂਪ ਬਾਣੀ ਉਚਾਰਨ ਵਾਲੇ ਕਵੀ ਹਨ। ਸਤਿਗੁਰੂ ਸਾਹਿਬ ਜੀ ਸੰਸਾਰ ਸਾਇਰ ਸਮੁੰਦਰ ਵਿੱਚ ਆਪਣੇ ਸਿੱਖਾਂ ਤੋਂ ਸੱਚੇ ਅਕਾਲ ਪੁਰਖ ਦੀ ਸੋਏ ਕਹੀਏ ਕੀਰਤੀ ਕਰਵਾ ਕੇ ਉਹਨਾਂ ਦੇ ਜੀਵਨ ਨੂੰ ਉੱਚਾ ਕਰ ਦਿੰਦੇ ਹਨ। ਹੇ ਭਾਈ, ਪੂਰਨ ਭਾਗਾਂ ਕਰਕੇ ਹੀ ਐਸੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਹੁੰਦੀ। ਸੋ ਬੁਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਹੇ ਭਾਈ, ਪਰੰਤੂ ਇਸ ਗੱਲ ਨੂੰ ਉਹ ਹੀ ਬੁੱਝਦੇ ਸਮਝਦੇ ਜਿਨ੍ਹਾਂ ਤਾਈਂ ਸਤਿਗੁਰੂ ਜੀ ਆਪ ਸਿੱਖਿਆ ਦੇ ਕੇ ਬੁਝਾਏ ਸਮਝਾ ਦਿੰਦੇ ਹਨ। ਹੇ ਭਾਈ, ਜਿਨ੍ਹਾਂ ਉੱਪਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਆ, ਉਹਨਾਂ ਤੋਂ ਹੀ ਆਪ ਨਾਮ ਜਪਣ ਤੇ ਹੋਰਨਾਂ ਤੋਂ ਜਪਾਉਣ ਰੂਪ ਸੇਵਾ ਟਹਿਲ ਕਰਾਉਂਦੇ ਆ। ਗਿਆਨ ਰਤਨ ਸਭ ਸੋਝੀ ਹੋਏ। ਜਿਨ੍ਹਾਂ ਕੋਲ ਪਰਮੇਸ਼ਰ ਦਾ ਗਿਆਨ ਬੋਧ ਰੂਪੀ ਰਤਨ ਮਾਣਕ ਹੈ, ਜਿਨ੍ਹਾਂ ਕੋਲ ਗਿਆਨ ਅਤੇ ਰਤਨ ਮਾਣਕਾਂ ਦੀ ਨਿਆਈ ਵਿਰਾਗ ਹੈ, ਉਹਨਾਂ ਨੂੰ ਲੋਕ ਪਰਲੋਕ ਦੀ ਸਾਰੀ ਸੋਝੀ ਸਮਝ ਹੁੰਦੀ ਹੈ। ਗੁਰ ਪ੍ਰਸਾਦ ਅਗਿਆਨ ਬਿਨਾਸੈ, ਅਨ ਦਿਨ ਜਾਗੈ ਵੇਖੈ ਸੱਚ ਸੋਇ ਰਹਾਉ। ਹੇ ਭਾਈ, ਜਿਨ੍ਹਾਂ ਦਾ ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਅਗਿਆਨ ਦਾ ਹਨੇਰਾ ਨਾਸ਼ ਹੋ ਜਾਂਦਾ ਹੈ, ਉਹਨਾਂ ਦਾ ਮਨ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ। ਉਹ ਸਭ ਥਾਵਾਂ ਤੋਂ ਸੱਚੇ ਪਰਮੇਸ਼ਰ ਨੂੰ ਹੀ ਵਿਆਪਕ ਵੇਖਦੇ ਹਨ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਆ, ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ। ਹੇ ਭਾਈ, ਸਰੀਰਾਂ ਦੇ ਮੋਹ ਸਨੇਹ ਅਤੇ ਗੁਣਾਂ ਦੇ ਗੁਮਾਨ ਹੰਕਾਰ ਦੇ ਖਿਆਲ ਨੂੰ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਰੂਪ ਅਗਨੀ ਦੁਆਰਾ ਸਾੜਨਾ ਕਰੇ, ਤਦ ਪੂਰਨ ਸਤਿਗੁਰੂ ਜੀ ਤੋਂ ਸਰੂਪ ਦੀ ਸੋਝੀ ਸੂਝ ਗਿਆਤ ਪ੍ਰਾਪਤ ਕਰੀਦੀ ਹੈ। ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹਿ ਥਿਰ ਨਾਮ ਸਮਾਣੇ। ਹੇ ਭਾਈ, ਨਿਜ ਪਦ ਅਧਿਸ਼ਠਾਨ ਰੂਪ ਪਰਮੇਸ਼ਰ ਸਾਰਿਆਂ ਦੇ ਹਿਰਦੇ ਵਿੱਚ ਹੀ, ਪਰੰਤੂ ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਉਸ ਨੂੰ ਪਛਾਣੀਦਾ ਹੈ। ਜਿਨ੍ਹਾਂ ਦੇ ਚਿੱਤ ਦੀ ਬਿਰਤੀ ਪਰਮੇਸ਼ਰ ਦੇ ਨਾਮ ਵਿੱਚ ਇਸਤਤ ਹੋ ਗਈ ਹੈ, ਉਹ ਨਾਮੀ ਵਿੱਚ ਹੀ ਸਮਾਣੇ ਅਭੇਦ ਹੋ ਜਾਂਦੇ ਹਨ। ਸੋ ਉਹਨਾਂ ਦਾ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਰਹਿ ਜਾਂਦਾ, ਅਰਥਾਤ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ। ਜੰਮਣ ਮਰਣਾ ਹੈ ਸੰਸਾਰ, ਮਨ ਮੁਖ ਅਚੇਤ ਮਾਇਆ ਮੋਹ ਕੁਬਾਰ। ਹੇ ਭਾਈ, ਸੰਸਾਰ ਜਗਤ ਤਾਂ ਜੰਮਣ ਮਰਨ ਰੂਪ ਹੀ ਹੈ। ਸੰਸਾਰ ਵਿੱਚ ਜੰਮਣਾ ਮਰਣਾ ਬਣਿਆ ਰਹਿੰਦਾ। ਮਨਮੁਖ ਬੇਮੁਖ ਪੁਰਸ਼ ਮਾਇਆ ਛਲ ਰੂਪ ਪਦਾਰਥਾਂ ਦੇ ਮੋਹ ਸਨੇਹ ਰੂਪ ਗੁਬਾਰ ਹਨੇਰੇ ਵਿੱਚ ਪਰਮਾਰਥ ਵੱਲੋਂ ਅਚੇਤ ਬੇਸਮਝ ਹੋ ਰਹੇ ਆ। ਪਰ ਨਿੰਦਾ ਬਹੁ ਕੂੜ ਕਮਾਵੈ, ਵਿਸਟਾ ਕਾ ਕੀੜਾ ਵਿਸਟਾ ਮਾਹੇ ਸਮਾਵੈ। ਪਰਾਈ ਨਿੰਦਿਆ ਅਤੇ ਬਹੁਤ ਜ਼ਿਆਦਾ ਝੂਠ ਨੂੰ ਹੀ ਕਮਾਉਂਦੇ ਹਨ। ਜਿਵੇਂ ਵਿਸਟਾ ਗੰਦਗੀ ਦਾ ਕੀੜਾ, ਕੀਟ ਵਿਸਟਾ ਗੰਦਗੀ ਮਾਹੇ ਵਿੱਚ ਹੀ ਸਮਾਇਆ ਰਹਿੰਦਾ, ਇਸੇ ਪ੍ਰਕਾਰ ਮਨਮੁਖ ਪੁਰਸ਼ ਮਾਤਾ ਦੇ ਗਰਭ ਰੂਪੀ ਵਿਸ਼ਟਾ ਦੇ ਕੀੜੇ ਹਨ ਤੇ ਇੱਥੇ ਵਿਸ਼ਿਆਂ ਰੂਪੀ ਵਿਸ਼ਟਾ ਵਿੱਚ ਹੀ ਸਮਾਏ ਰਹਿੰਦੇ। ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ।
ਜੇਕਰ ਇਹ ਪੁਰਸ਼ ਸੱਚੀ ਸੰਗਤ ਨਾਲ ਮਿਲਾਪ ਹੋ ਜਾਵੇ ਤਾਂ ਲੋਕ ਪਰਲੋਕ ਸੱਚ ਝੂਠ ਆਦਿ ਦੀ ਸਾਰੀ ਸੂਝ ਸਮਝ ਪਾ ਸਕਦਾ। ਹੇ ਭਾਈ, ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਪਰਮੇਸ਼ਰ ਦੀ ਭਗਤੀ ਦ੍ਰਿੜਾਏ ਦ੍ਰਿੜ ਪਰਪੱਕ ਕਰਾਉਂਦਾ ਹੈ। ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਹੇ ਭਾਈ, ਜਿਹੜਾ ਪਰਮੇਸ਼ਰ ਦਾ ਭਾਣਾ ਹੁਕਮ ਮੰਨਦਾ ਹੈ ਉਸ ਨੂੰ ਹਮੇਸ਼ਾ ਹੀ ਸੁਖ ਆਨੰਦ ਅਵਿਨਾਸੀ ਸੁਖ ਪ੍ਰਾਪਤ ਹੁੰਦਾ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਉਹ ਪੁਰਸ਼ ਸੱਚ ਸਰੂਪ ਵਿੱਚ ਸਮਾਵੈ ਅਭੇਦ ਹੋ ਜਾਂਦਾ ਹੈ। ਆਸਾ ਮਹੱਲਾ ਤੀਜਾ। ਪੰਚਪਦੇ ਪੰਜਾਂ ਪਦਿਆਂ ਵਾਲੇ ਤੀਸਰੇ ਪਾਤਸ਼ਾਹ ਦੇ 2 ਸ਼ਬਦ ਆਉਣਗੇ। ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਹੇ ਭਾਈ, ਜੋ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਭੈੜੇ ਸੁਭਾਵਾਂ ਆਸਾ ਤ੍ਰਿਸ਼ਨਾ ਦੁਬਿਧਾ ਜੀਵਤ ਭਾਵ ਵੱਲੋਂ ਮਰ ਜਾਂਦਾ ਹੈ ਉਸ ਨੂੰ ਹਮੇਸ਼ਾ ਰਹਿਣ ਵਾਲਾ ਆਨੰਦ ਸੁਖ ਪ੍ਰਾਪਤ ਹੁੰਦਾ ਅਤੇ ਉਹ ਜਾਣਦਾ ਹੈ ਕਿ ਗੁਰੂ ਸਾਹਿਬ ਦੁਆਰਾ ਹੀ ਉਸੇ ਗੁਰ ਚੇਤਨ ਸਰੂਪ ਗੋਬਿੰਦ ਪਰਮੇਸ਼ਰ ਨਾਲ ਮਿਲੀਦਾ ਹੈ। ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਫਿਰ ਮੁੜ ਕੇ ਦੁਬਾਰਾ ਨਾ ਤਾਂ ਉਹ ਮਰਦਾ ਹੈ, ਉਹ 84 ਦੇ ਫੇਰੇ ਵਿੱਚ ਨਹੀਂ ਫਿਰਦਾ ਤੇ ਮੌਤ ਕਰਕੇ ਮਰਦਾ ਨਹੀਂ, ਨਾ ਹੀ ਵਾਸ਼ਨਾ ਕਰਕੇ ਸੰਸਾਰ ਵਿੱਚ ਆਉਂਦਾ ਜਾਂਦਾ ਭਾਵ ਜੰਮਦਾ ਮਰਦਾ। ਪੂਰਨ ਸਤਿਗੁਰਾਂ ਦੁਆਰਾ ਸੱਚ ਸਰੂਪ ਵਿੱਚ ਸਮਾਏ ਅਭੇਦ ਹੋ ਜਾਂਦਾ ਹੈ। ਜਿਨ ਕਉ ਨਾਮ ਲਿਖਿਆ ਧੁਰ ਲੇਖ, ਜਿਨ੍ਹਾਂ ਤਾਈਂ ਪਰਮੇਸ਼ਰ ਨੇ ਧੁਰੋਂ ਹੀ ਨਾਮ ਦੀ ਪ੍ਰਾਪਤੀ ਰੂਪ ਲੇਖ ਭਾਗ ਲਿਖ ਦਿੱਤਾ ਹੈ। ਤੇ ਅਨਦਿਨ ਨਾਮ ਸਦਾ ਧਿਆਵੈ ਹੈ, ਗੁਰ ਪੂਰੇ ਤੇ ਭਗਤ ਵਸੇਖ ਰਹਾਉ। ਉਹ ਅਨਦਿਨ ਰਾਤ ਦਿਨ ਇੱਕ ਰਸ ਸਦਾ ਹਮੇਸ਼ਾ ਹੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਅਤੇ ਪੂਰਨ ਸਤਿਗੁਰੂ ਦੁਆਰਾ ਵਸੇਖ ਕੀਏ ਵਿਸ਼ੇਸ਼ ਭਗਤੀ ਅਰਥਾਤ ਪ੍ਰੇਮਾ ਭਗਤੀ ਕਰਦੇ ਹਨ। ਰਹਾਉ। ਜਿਨ ਕੋ ਹਰ ਪ੍ਰਭ ਲਏ ਮਿਲਾਏ, ਤਿਨ ਕੀ ਗਹਿਣਗਤ ਕਹੀ ਨ ਜਾਏ। ਜਿਨ੍ਹਾਂ ਤਾਈਂ ਹਰੀ ਪ੍ਰਭੂ ਪਰਮੇਸ਼ਰ ਆਪ ਕਿਰਪਾ ਕਰਕੇ ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ ਉਹਨਾਂ ਦੀ ਗਹਿਣ ਕਠਨ ਗਤੀ ਜਾਣਨ ਰੂਪ ਕਹੀ ਨਹੀਂ ਜਾਂਦੀ। ਗਹਿਣ ਗੁਪਤ ਗਤੀ ਅਰਥਾਤ ਜੋ ਅੰਦਰੋਂ ਪਰਮੇਸ਼ਰ ਦੀ ਜੋਤ ਵਿੱਚ ਇਕਮਿਕ ਹੋਏ ਹਨ ਉਹ ਕਹੀ ਨਹੀਂ ਜਾਂਦੀ। ਪੂਰੈ ਸਤਿਗੁਰ ਦਿੱਤੀ ਵਡਿਆਈ, ਊਤਮ ਪਦਵੀ ਹਰ ਨਾਮ ਸਮਾਈ। ਪੂਰਨ ਸਤਿਗੁਰੂ ਸੱਚੇ ਗੁਰੂ ਸਾਹਿਬ ਜੀ ਨੇ ਹੀ ਅੰਮ੍ਰਿਤ ਨਾਮ ਦੀ ਵਡਿਆਈ ਮਹਿਮਾ ਦੇਣਾ ਕੀਤੀ ਹੈ। ਜਿਨ੍ਹਾਂ ਦੇ ਚਿੱਤ ਦੀ ਬਿਰਤੀ ਪਰਮੇਸ਼ਰ ਦੇ ਨਾਮ ਵਿੱਚ ਸਮਾਈ ਕੀਏ ਸਮਾ ਗਈ ਹੈ ਉਹਨਾਂ ਨੂੰ ਬ੍ਰਹਮ ਗਿਆਨੀ ਰੂਪ ਊਤਮ ਸ੍ਰੇਸ਼ਟ ਪਦਵੀ ਪ੍ਰਾਪਤ ਹੁੰਦੀ ਹੈ। ਜੋ ਕਿਛ ਕਰੇ ਸੋ ਆਪੇ ਆਪ, ਏਕ ਘੜੀ ਮਹਿ ਥਾਪ ਉਥਾਪ। ਉਹ ਜਾਣਦੇ ਹਨ ਕਿ ਪਰਮੇਸ਼ਰ ਜਿਹੜਾ ਕੁਝ ਵੀ ਕਰਦਾ ਹੈ ਉਹ ਆਪੇ ਆਪ ਹੀ ਆਪ ਸਵੰ ਕਰ ਰਿਹਾ ਹੈ, ਆਪਣਾ ਆਪ ਰੂਪ ਹੀ ਕਰ ਰਿਹਾ। ਉਹ ਐਸਾ ਸਮਰੱਥ ਪ੍ਰਭੂ ਹੈ ਕਿ ਇੱਕ ਘੜੀ ਜਿੰਨੇ ਸਮੇਂ ਵਿੱਚ ਹੀ ਸੰਸਾਰ ਨੂੰ ਸਥਾਪਨ ਕਰਕੇ ਫਿਰ ਮੇਟ ਦੇਣਾ ਕਰਦਾ ਹੈ। ਜਿਗਿਆਸੂਆਂ ਦੇ ਹਿਰਦੇ ਵਿੱਚ ਆਸਰੀ ਸੰਪਦਾ ਅਗਿਆਨ ਨੂੰ ਉਥਾਪ ਮੇਟ ਕੇ ਦੈਵੀ ਸੰਪਦਾ ਅਪਰੋਖ ਗਿਆਨ ਨੂੰ ਇਸਤਿਤ ਕਰ ਦਿੰਦਾ ਹੈ। ਕਹਿ ਕਹਿਣਾ ਆਖ ਸੁਣਾਏ, ਜੇ ਸੌ ਘਾਲੇ ਥਾਏ ਨ ਪਾਏ। ਜਿਹੜੇ ਲੋਕ ਪੁਰਾਤਨ ਰਿਸ਼ੀ ਮੁਨੀਆਂ ਦੀਆਂ ਕਈਆਂ ਆਈਆਂ ਕਥਨੀਆਂ ਨੂੰ ਕਹਿਣੇ ਵਾਲੇ ਹੋ ਕੇ ਮੁੱਖ ਦੁਆਰਾ ਕਹਿ ਕੇ ਲੋਕਾਂ ਤਾਈਂ ਸੁਣਾਉਂਦੇ ਆ, ਜੇਕਰ ਇਸ ਪ੍ਰਕਾਰ ਲੋਕਾਂ ਨੂੰ ਸੁਣਾਉਣ ਰੂਪ ਜਾਂ ਤਪ ਰੂਪ ਸੈਂਕੜੇ ਘਾਲਣਾ ਕਮਾਈਆਂ ਕਰ ਲੈਣ ਪਰੰਤੂ ਉਸ ਰੂਪ ਰੂਪੀ ਥਾਏ ਜਗ੍ਹਾ ਨੂੰ ਨਹੀਂ ਪਾ ਸਕਦੇ। ਜਿਨ ਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ। ਹੇ ਭਾਈ, ਜਿਨ੍ਹਾਂ ਦੇ ਪੋਤਾ ਹੁੰਦਾ ਖਜ਼ਾਨੇ ਵਿੱਚ ਪੂਰਬਲੇ ਨਿਸ਼ਕਾਮ ਕਰਮਾਂ ਰੂਪੀ ਪੁੰਨ ਹਨ ਉਹਨਾਂ ਨੂੰ ਪਰਮੇਸ਼ਰ ਸਤਿਗੁਰੂ ਸਾਹਿਬ ਜੀ ਨਾਲ ਮੇਲ ਦਿੰਦਾ ਹੈ। ਉਹਨਾਂ ਨੂੰ ਗੁਰੂ ਸਾਹਿਬ ਜੀ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ ਭਾਵ ਅਭੇਦ ਕਰ ਦਿੰਦੇ ਆ। ਉਹਨਾਂ ਨੂੰ ਹੀ ਸੱਚੀ ਬਾਣੀ ਦੁਆਰਾ ਸਤਿਗੁਰੂ ਜੀ ਉਪਦੇਸ਼ ਸੁਣਾਉਂਦੇ ਹਨ।
जहाँ शब्द वसै तहाँ दुख जाए, ज्ञान रतन साचै सहज समाए। ਜਿਸ ਹਿਰਦੇ ਰੂਪੀ ਅਸਥਾਨ ਵਿੱਚ ਸਤਿਗੁਰਾਂ ਦਾ ਉਪਦੇਸ਼ ਵਸ ਜਾਂਦਾ ਹੈ, ਉੱਥੋਂ ਅਗਿਆਨ ਰੂਪੀ ਦੁੱਖ ਕਸ਼ਟ ਚਲਿਆ ਜਾਂਦਾ। ਉਹ ਅਪਰੋਖ ਗਿਆਨ ਰੂਪੀ ਰਤਨ ਮਾਣਕ ਕਰਕੇ ਸੁਤੇ ਹੀ ਸੱਚੇ ਪਰਮੇਸ਼ਰ ਵਿੱਚ ਸਮਾਏ ਅਭੇਦ ਹੋਏ ਰਹਿੰਦੇ ਹਨ। ਨਾਵੈ ਜੀਵੜ ਹੋਰ ਧਨ ਨਾਹੀ ਕੋਇ, ਜਿਸਨੋ ਬਖਸ਼ੇ ਸਾਚਾ ਸੋਇ। ਪਰੰਤੂ ਪਰਮੇਸ਼ਰ ਦੇ ਨਾਮ ਜਿੱਡਾ ਵੱਡਾ ਸੰਸਾਰ ਵਿੱਚ ਕੋਈ ਹੋਰ ਨਹੀਂ ਹੈ। ਜਿਸ ਤਾਈਂ ਪਰਮੇਸ਼ਰ ਬਖਸ਼ਣਾ ਕਰਦਾ ਹੈ, ਉਸ ਨੂੰ ਹੀ ਸੱਚਾ ਨਾਮ ਪ੍ਰਾਪਤ ਹੁੰਦਾ। ਪੂਰੈ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਪੂਰਨ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ, ਨਾਮ ਨੂੰ ਮੰਨਣ ਕਰਕੇ ਹਿਰਦੇ ਵਿੱਚ ਵਸਾਉਣਾ ਕਰੇ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਇਸ ਪ੍ਰਕਾਰ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ, ਉਹ ਸੁਖ ਆਨੰਦ ਸਰੂਪ ਪਰਮੇਸ਼ਰ ਨੂੰ ਪਾ ਲੈਂਦੇ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।